Hello my dear students, this is Kiran Matharu, SST Mistress at Government Middle School, Kasimpur Shinaf District, Mansa. I hope you all are doing well at studies. It's a good news for you that from this year you can take SST in English medium also. ठीक है, बहुत सारे बच्चे ਜਦੋਂ 5th ਕਲਾਸ ਤੋਂ ਬਾਅਦ 6th ਦੇ ਵਿੱਚ ਆਉਂਦੇ ਆਪਣੇ ਸਕੂਲਸ ਦੇ ਵਿੱਚ, ਗਵਰਨਮੈਂਟ ਸਕੂਲਸ ਦੇ ਵਿੱਚ, ਹੈ ਨਾ, ਉਹਨਾਂ ਕੋਲ ਪਹਿਲਾਂ ਇੰਗਲਿਸ਼ ਮੀਡੀਅਮ ਹੁੰਦਾ ਤੇ ਬਹੁਤ ਸਾਰੇ ਬੱਚੇ ਇੱਥੇ ਆ ਕੇ SST ਕਰਨ 'ਚ ਪ੍ਰੋਬਲਮ ਆਉਂਦੀ ਸੀ ਉਹਨਾਂ ਨੂੰ ਕਿ ਉਹ ਪੰਜਾਬੀ ਮੀਡੀਅਮ 'ਚ ਨਹੀਂ ਕਰ ਸਕਦੇ ਹੁੰਦੇ ਸੀ ਤੇ ਇੰਗਲਿਸ਼ ਈਜ਼ੀਲੀ ਕਰ ਲੈਂਦੇ ਸੀ। ਤੇ ਇਸ ਸਾਲ ਤੋਂ ਉਹਨਾਂ ਦੇ ਲਈ ਇਹ ਗੁੱਡ ਨਿਊਜ਼ ਹੈ ਕਿ ਉਹ ਇੰਗਲਿਸ਼ ਵਿੱਚ ਹੀ ਲੈ ਸਕਦੇ ਆ SST ਨੂੰ। ਠੀਕ ਹੈ, ਮੀਡੀਅਮ ਇੰਗਲਿਸ਼ ਲੈ ਸਕਦੇ ਆ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਤੇ ਆਪਾਂ ਦੇਖ ਵੀ ਰਹੇ ਹਾਂ ਕਿ ਬਹੁਤ ਸਾਰੇ ਬੱਚੇ ਇਸ ਸਾਲ ਤੋਂ ਗਵਰਨਮੈਂਟ ਸਕੂਲ ਦੇ ਵਿੱਚ ਐਡਮਿਸ਼ਨਸ ਲੈ ਰਹੇ ਆ, ਜੋ ਕਿ ਬਹੁਤ ਵਧੀਆ ਗੱਲ ਹੈ। ਠੀਕ ਹੈ, ਕਿਉਂਕਿ ਹੁਣ ਗਵਰਨਮੈਂਟ ਸਕੂਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਇੰਗਲਿਸ਼ ਮੀਡੀਅਮ ਹੈਗਾ, ਬਹੁਤ ਅੱਛੀਆਂ ਬਿਲਡਿੰਗਸ ਹੈਗੀਆਂ, ਵੈਲ ਕੁਆਲੀਫਾਈਡ ਟੀਚਰਸ ਹੈਗੇ ਆ, ਫੁੱਲੀ ਜਿਹੜੀ ਟੈਕਨੋਲੋਜੀ ਹੈ। ਠੀਕ ਹੈ, ਪ੍ਰੋਜੈਕਟਰ ਵਗੈਰਾ ਦੇ ਨਾਲ ਸਟੱਡੀ ਹੁੰਦੀ ਆ। ਠੀਕ ਹੈ, ਕਿਸੇ ਤਰ੍ਹਾਂ ਦੀ ਹੁਣ ਕਮੀ ਨਹੀਂ ਰਹਿ ਗਈ ਆਪਣੇ ਸਕੂਲ ਦੇ ਵਿੱਚ। ਤੇ ਮੈਂ ਉਹਨਾਂ ਸਾਰੇ ਬੱਚਿਆਂ ਨੂੰ ਵੀ ਕੰਗ੍ਰੈਚੁਲੇਸ਼ਨ ਦਿੰਦੀ ਹਾਂ ਜਿਹੜੇ ਕਿ ਇੰਨਾ ਵਧੀਆ ਡਿਸੀਜ਼ਨ ਲੈ ਕੇ ਆਪਣੇ ਸਕੂਲ ਦੇ ਵਿੱਚ ਆ ਰਹੇ ਆ। ਠੀਕ ਹੈ, ਤੇ ਇੰਗਲਿਸ਼ ਮੀਡੀਅਮ ਦੇ ਵਿੱਚ SST ਦੀ ਬੁੱਕ ਜਿਹੜੀ ਆ ਮੇਬੀ ਅਜੇ ਤੁਹਾਡੇ ਕੋਲ ਸਾਰਿਆਂ ਬੱਚਿਆਂ ਕੋਲ ਨਾ ਹੋਵੇ। ਤੇ ਅੱਜ ਆਪਾਂ ਇੰਗਲਿਸ਼ ਮੀਡੀਅਮ ਦੇ ਥਰੂ ਹੀ SST ਦਾ ਫਸਟ ਚੈਪਟਰ ਕਲਾਸ 6 ਦਾ ਸਟਾਰਟ ਕਰ ਰਹੇ ਹਾਂ। ਠੀਕ ਹੈ, ਸੋ ਟੇਕ ਯੂਰ ਨੋਟਬੁੱਕਸ ਐਂਡ ਪੈਨ ਵਿਦ ਯੂ, ਆਪਣੇ ਨਾਲ ਰੱਖ ਲਓ ਕਾਪੀ ਪੈਨ, ਤੇ ਨਾਲ ਆਪਣੇ ਜਿਹੜੇ ਵਰਡ ਮੀਨਿੰਗ ਹੈਗੇ ਡਿਫੀਕਲਟ ਲੱਗਦੇ ਆ ਤੁਹਾਨੂੰ, ਉਹ ਤੁਸੀਂ ਪੰਜਾਬੀ 'ਚ ਨੋਟ ਡਾਊਨ ਕਰ ਸਕਦੇ ਆ ਤਾਂ ਕਿ ਤੁਹਾਨੂੰ ਚੈਪਟਰ ਜਿਹੜਾ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ। ਠੀਕ ਹੈ, ਚਲੋ ਲੈਟਸ ਸਟਾਰਟ ਫਸਟ ਚੈਪਟਰ, ਅਰਥ ਐਜ਼ ਮੈਂਬਰ ਆਫ ਸੋਲਰ ਸਿਸਟਮ। ਹਾਂਜੀ, ਅਰਥ ਕੀ ਹੁੰਦੀ ਆ? ਧਰਤੀ, ਹੈ ਨਾ, ਪ੍ਰਿਥਵੀ। ਐਜ਼ ਅ ਮੈਂਬਰ ਆਫ ਸੋਲਰ ਸਿਸਟਮ, ਸੂਰਜੀ ਪਰਿਵਾਰ ਦਾ ਅੰਗ ਜਾਂ ਮੈਂਬਰ। ਠੀਕ ਹੈ, ਕਿ ਧਰਤੀ ਜਿਹੜੀ ਆ ਉਹ ਸਾਡੇ ਸੂਰਜ ਪਰਿਵਾਰ ਦਾ ਇੱਕ ਹਿੱਸਾ ਆ। When you look at clear sky at night, you will observe the shining moon, small and big sized stars, some sparkling and shining stars, etc. ਹਾਂਜੀ, ਜਦੋਂ ਵੀ ਤੁਸੀਂ ਆਕਾਸ਼ ਦੇ ਵੱਲ ਦੇਖਦੇ ਆ ਰਾਤ ਦੇ ਸਮੇਂ, ਤੁਸੀਂ ਦੇਖਦੇ ਆ ਕਿ ਤੁਹਾਨੂੰ ਉੱਥੇ ਕੀ ਦਿਖਾਈ ਦਿੰਦਾ? ਤੁਹਾਨੂੰ ਉੱਪਰ ਚਮਕਦਾ ਹੋਇਆ ਚੰਨ ਦਿਖਾਈ ਦਿੰਦਾ, ਛੋਟੇ ਵੱਡੇ ਆਕਾਰ ਦੇ ਤਾਰੇ ਦਿਖਾਈ ਦਿੰਦੇ ਆ, ਕੁਝ ਚਮਕਦੇ ਤਾਰੇ ਵੀ ਦਿਖਾਈ ਦਿੰਦੇ ਆ, ਹੈ ਨਾ। ਲੁਕਿੰਗ ਐਟ ਦੈਮ ਕਲੋਜ਼ਲੀ ਯੂ ਵਿਲ ਫਾਈਂਡ ਦ ਮੂਨ ਐਂਡ ਸਮ ਸਟਾਰਸ ਮੂਵਿੰਗ। ਠੀਕ ਹੈ, ਜਦੋਂ ਆਪਾਂ ਉਹਨੂੰ ਧਿਆਨ ਨਾਲ ਦੇਖਦੇ ਹਾਂ ਉੱਪਰ ਤੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ, ਹੈ ਨਾ, ਤੁਹਾਨੂੰ ਲੱਗੇਗਾ ਇਸ ਤਰੀਕੇ ਨਾਲ ਕਿ ਜਿਸ ਤਰ੍ਹਾਂ ਚੰਦ ਤੇ ਜਿਹੜੇ ਤਾਰੇ ਆ ਉਹ ਹਿੱਲ ਰਹੇ ਆ, ਹੈ ਨਾ, ਮੂਵ ਕਰ ਰਹੇ ਆ। ਸਿਮਿਲਰਲੀ ਵੈਨ ਐਸਟਰੋਨੌਟਸ ਓਬਜ਼ਰਵ ਦ ਅਰਥ ਫਰੋਮ ਦ ਸਪੇਸ ਇਟ ਆਲਸੋ ਅਪੀਅਰਸ ਗਲੋਇੰਗ। ਠੀਕ ਹੈ, ਇਸੇ ਤਰੀਕੇ ਦੇ ਨਾਲ ਜਦੋਂ ਐਸਟਰੋਨੌਟਸ ਹੁੰਦੇ ਆ ਜਿਹੜੇ ਵਿਗਿਆਨੀ ਹੁੰਦੇ ਆ, ਹੈ ਨਾ, ਪੁਲਾੜ ਯਾਤਰੀ ਹੁੰਦੇ ਆ, ਉਹ ਜਦੋਂ ਉਹ ਉੱਪਰੋਂ ਦੇਖਦੇ ਆ ਸਪੇਸ ਦੇ ਵਿੱਚੋਂ, ਪੁਲਾੜ ਦੇ ਵਿੱਚੋਂ ਥੱਲੇ ਦੇਖਦੇ ਆ ਧਰਤੀ ਨੂੰ, ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਦਾ ਕਿ ਇਹ ਚਮਕ ਰਹੀ ਆ। ਯੂ ਵਿਲ ਬੀ ਅਮੇਜ਼ਡ ਟੂ ਸੀ ਦੈਟ ਐਵਰੀ ਡੇ ਦ ਸਨ ਰਾਈਜ਼ਿਸ ਐਂਡ ਸੈਟਸ। ਤੇ ਤੁਹਾਨੂੰ ਵੀ ਇਸ ਚੀਜ਼ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੋਵੇਗੀ ਕਿ ਹਰ ਰੋਜ਼ ਜਿਹੜਾ ਸੂਰਜ ਆ ਉਹ ਨਿਕਲਦਾ ਆ ਸਵੇਰੇ, ਹੈ ਨਾ, ਤੇ ਸ਼ਾਮ ਨੂੰ ਛੁਪ ਜਾਂਦਾ ਆ। ਠੀਕ ਹੈ, ਸੋ ਮੈਨੀ ਕੁਐਸਚਨਸ ਅਰਾਈਜ਼ ਇਨ ਯੂਰ ਮਾਈਂਡ, ਤੇ ਤੁਹਾਡੇ ਦਿਮਾਗ ਦੇ ਵਿੱਚ ਵੀ ਬਹੁਤ ਸਾਰੇ ਪ੍ਰਸ਼ਨ ਜਿਹੜੇ ਆ ਉਹ ਆਉਂਦੇ ਆ। ਯੂ ਵਿਲ ਬੀ ਈਗਰ ਟੂ ਨੋ ਆਲ ਅਬਾਊਟ ਇਟ, ਤੇ ਤੁਸੀਂ ਵੀ ਕਦੀ ਕਦੀ ਚਾਹੁੰਦੇ ਹੁੰਦੇ ਆ ਨਾ ਵੀ ਤੁਹਾਨੂੰ ਇਹਨਾਂ ਕੁਐਸਚਨਸ ਦੇ ਜਵਾਬ ਮਿਲਣ, ਹੈ ਨਾ। In this book you will get a brief knowledge about all this, ਤੇ ਇਸ ਬੁੱਕ ਦੇ ਵਿੱਚੋਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਸਾਰੀ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਹੋਵੇਗੀ। ਹਾਂਜੀ, ਹੁਣ ਦੇਖੋ ਯੂਨੀਵਰਸ ਕੀ ਹੁੰਦਾ? ਬ੍ਰਹਿਮੰਡ, ਹੈ ਨਾ, ਜੋ ਵੀ ਕੁਛ ਆਪਾਂ ਦੇਖ ਰਹੇ ਆ। ਦ ਸਨ, ਦ ਪਲੈਨਟਸ, ਦ ਅਰਥ, ਦ ਮੂਨ ਐਂਡ ਸਮੋਲ ਬਿਗ ਸਟਾਰਸ, ਡਸਟ, gases etc. all are present in the universe. ਹਾਂਜੀ, ਸੂਰਜ, ਗ੍ਰਹਿ, ਧਰਤੀ, ਚੰਦ, ਛੋਟੇ ਵੱਡੇ ਤਾਰੇ, ਧੂੜ, ਗੈਸਾਂ, ਹੈ ਨਾ,
सारा कुछ ही इस ब्रह्मंड दे विच शामिल हुंदा आ। यूनीवर्स इज़ सो लार्ज दैट यू कैंट इमैजिन। हाँ जी, ये यूनीवर्स इन्ना वड्डा आ कि तुसीं इहदी कल्पना भी नहीं कर सकते। लुक एट द डायग्राम गिवन बिलो। आ नीचे जिहड़ी डायग्राम दित्ती है इहनूं देखो ध्यान नाल ते तुहानूं पता लगेगा कि यूनीवर्स दे विच की कुछ है ना। हाँ जी, यूनीवर्स दे विच देखो सब तो पहला नीचे यूनीवर्स ते की आ गया, गैलैक्सी, आकाश गंगा है ना। अपनी गैलैक्सी आ जाती है जिन्हों आपां आकाश गंगा का नाम दिंदे आ। उहदे अंडर होर की आ जांदा, सोलर सिस्टम। ठीक है, आकाश गंगा दे विच की आ अपना सोलर सिस्टम। फिर सोलर सिस्टम दे विच की कुछ आ जांदा देखो। हाँ जी, सब तो पहला आ गए प्लैनेट्स एंड सैटेलाइट्स। ठीक है, प्लैनेट्स की हुंदे आ, ग्रह है ना। सैटेलाइट्स की हुंदे आ, उपग्रह। ठीक है, हाँ जी, उस तो बाद की आ गया एस्टेरॉइड्स। हाँ जी, एस्टेरॉइड्स की हुंदे आ, छोटे ग्रह। हाँ जी, उस तो बाद की आ गए कॉमेट्स। कॉमेट्स नूं आपां कह दिंदे आ पूछल तारे है ना, धूमकेतु। अगे आ गया मीटियर्स एंड मीटेराइट्स। ठीक है, मीटियर्स एंड मीटेराइट्स। हाँ जी, ये की हुंदे आ उल्का ते उल्का पिंड। ठीक है, इन्हां दे नेम तुसीं वैसे पंजाबी च भी नोट डाउन कर लो। ठीक है, ये सी अपना यूनीवर्स ते आ सारा कुछ ही अपने यूनीवर्स दे विच आउंदा आ। ठीक है, द सन, द प्लैनेट्स, द सैटेलाइट्स, द मून एंड innumerable small and big sized stars are known as celestial or heavenly bodies। हाँ जी, सूरज, ग्रह, उपग्रह, चंद है ना, ते होर अणगिणत छोटे वड्डे तारे जिहड़े आ। ठीक है, इन्हां सारिਆਂ ਨੂੰ ही आपां की कह दिंदे आ सैलेस्टियल और हैवनली बॉडीज़। सैलेस्टियल का मतलब खगोली पिंड। ठीक है, अगे आ गया स्पेस। द वर्ड इज़ रिलेटेड टू स्काई। हाँ जी, जिहड़ा स्पेस वर्ड आ है ना, जिन्हों आपां पुलाड़ कह दिंदे आ, यह अपने आकाश नाल ही संबंधित आ। द पीपल हु स्टडी द स्पेस आर कॉल्ड एज एस्ट्रोनॉमर्स। ठीक है, जिहड़े लोग स्पेस की स्टडी करते आ, पुलाड़ की स्टडी करते आ, उन्हां नूं आपां की कह दिंदे आ एस्ट्रोनॉमर्स। ठीक है, खगोल विज्ञानी। ठीक है, यू मस्ट बी नोइंग द नेम ऑफ कल्पना चावला, US astronaut of Indian origin who died while travelling back to Earth from space years back। हाँ जी, तुहानूं जरूर पता होवेगा कल्पना चावला दा है ना, जो कि अमेरिकन एस्ट्रोनॉट सीगे, बट उन्हां दा ओरिजिन कित्थों सीगा, कित्थों बिलोंग करदे सी वो, इंडिया नूं। ठीक है, जिहड़े कि बहुत साल पहला पुलाड़ तो नीचे जदों धरती वल नूं आ रहे सी ट्रैवल करते हुए। ठीक है, उदों उन्हां दी डैथ हो गई सी है ना, क्योंकि जिहड़ा स्पेस शटल सी उह च कोई टैक्नीकल प्रॉब्लम आ गई सी ते ओह ब्लास्ट हो गया सी है ना। बहुत सारे बच्चों ने हो सकता उन्होंने देखा भी होएगा। ठीक है, जे नहीं देखा तो यूट्यूब ते सर्च करके देखियो। ठीक है, हाँ जी, यू माइट बी थिंकिंग दैट ऑल दी सेलेस्टियल बॉडीज़ ग्लो विद देयर ओन लाइट, बट इट इज़ नॉट सो। हाँ जी, तुहाडे विचों बहुत सारे बच्चे ये सोचते होणगे कि जिहड़ियां ये सेलेस्टियल बॉडीज़ हुंदियां इन्हां दी अपनी लाइट हुंदी है ना, अपनी रोशनी हुंदी है। ठीक है, बट अजिहा नहीं हैगा। सम ऑफ दीज लिट बाय द लाइट ऑफ अदर्स। इन्हां दे विचों कुछ जिहड़े आ ओह दूसरिਆਂ ਦੀ रोशनी दे नाल चमकदे आ। द सन इज़ नीयरेस्ट टू द अर्थ, दैट इज़ वाई इट अपीयर्स अस द बिगेस्ट। हाँ जी, हुण जिहड़ा सन आ है ना, सूरज आ, ओह धरती दे बहुत नेड़े आ। ठीक है, इस करके यह सानू बहुत बड़ा दिखाई दिंदा आ। ठीक है, बहुत बड़ा प्रतीत हुंदा है। फ्रॉम द स्पेस इफ़ यू लुक एट द अर्थ इट ऑल्सो अपीयर्स ग्लोइंग। हाँ जी, हुण जे तुसीं स्पेस दे विच्चों दी नीचे देखोगे धरती नूं तां भी यह चमकदी दिखाई दिंदी आ। द अर्थ ग्लोज
ड्यू टू द लाइट ऑफ द सन। हुण जिहड़ी धरती आ ਉਹ ਵੀ ਜਦੋਂ ਚਮਕਦੀ ਦਿਖਾਈ ਦਿੰਦੀ ਆ, ਉਹ ਕਿਸ ਚੀਜ਼ ਨਾਲ ਚਮਕਦੀ ਦਿਖਾਈ ਦਿੰਦੀ ਆ? ਇਹ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਚਮਕਦੀ ਦਿਖਾਈ ਦਿੰਦੀ ਆ। ਠੀਕ ਹੈ। In the scientific language, the heavenly bodies that glow with their own light are called stars and the sun is one of them। ਹਾਂਜੀ, ਸਾਇੰਸ ਦੀ ਲੈਂਗੁਏਜ ਦੇ ਵਿੱਚ, ਵਿਗਿਆਨ ਦੀ ਭਾਸ਼ਾ ਦੇ ਵਿੱਚ ਜਿੰਨੀਆਂ ਹੈਵਨਲੀ ਬੋਡੀਜ਼ ਹੈ ਨਾ, ਜਿਹੜੀਆਂ ਆਪਣੀ ਲਾਈਟ ਦੇ ਨਾਲ ਚਮਕਦੀਆਂ ਆ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਤਾਰੇ। ਠੀਕ ਹੈ। ਤੇ ਸਨ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਤਾਰਾ ਹੈ। ਠੀਕ ਹੈ। ਸਨ ਵੀ ਇੱਕ ਸਟਾਰ ਆ। ਠੀਕ ਹੈ। ਆਫਟਰ ਕਲੋਜ਼ਲੀ observing the sky full of stars at night, you will find many forms made by stars in the sky looking like animals or humans। ਹਾਂਜੀ, ਜਦੋਂ ਆਪਾਂ ਰਾਤ ਦੇ ਟਾਈਮ ਤੇ ਹੈ ਨਾ ਬਹੁਤ ਧਿਆਨ ਦੇ ਨਾਲ ਓਬਜ਼ਰਵ ਕਰਦੇ ਹਾਂ ਸਕਾਈ ਨੂੰ, ਆਕਾਸ਼ ਨੂੰ ਆਪਾਂ ਦੇਖਦੇ ਹਾਂ, ਤੇ ਤੁਸੀਂ ਦੇਖੋਗੇ ਕਿ ਤਾਰਿਆਂ ਦੇ ਨਾਲ ਹੀ ਨਾ ਅਸਮਾਨ ਦੇ ਵਿੱਚ, ਆਕਾਸ਼ ਦੇ ਵਿੱਚ ਬਹੁਤ ਸਾਰੀਆਂ ਆਕ੍ਰਿਤੀਆਂ ਜਿਹੀਆਂ ਬਣੀਆਂ ਹੁੰਦੀਆਂ, ਸ਼ੇਪਸ ਬਣੀਆਂ ਹੁੰਦੀਆਂ। ਕਦੀ ਆਪਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਕੋਈ ਐਨੀਮਲ ਬਣਿਆ ਹੋਇਆ ਹੈ ਨਾ, ਕਦੀ ਲੱਗਦਾ ਕਿ ਕੋਈ ਇਨਸਾਨ ਦੀ ਸ਼ਕਲ ਜਿਹੀ ਦਿਖਦੀ ਆ ਆਪਾਂ ਨੂੰ, ਹਿਊਮਨ ਦੀ ਦਿਸਦੀ ਆ। ਸੱਚ ਗਰੁੱਪ ਆਫ ਸਟਾਰਸ ਕਾਲਡ ਕੌਂਸਟੀਲੇਸ਼ਨ ਫਾਰਮਿੰਗ ਵੇਰੀਅਸ ਸ਼ੇਪਸ। ਹਾਂਜੀ, ਇਹ ਜਿਹੜੇ ਤਾਰਿਆਂ ਦਾ ਸਮੂਹ ਹੁੰਦਾ ਆ, ਠੀਕ ਹੈ, ਜਿਹੜੀਆਂ ਕਿ ਅਲੱਗ-ਅਲੱਗ ਆਕਾਰ ਦੇ ਵਿੱਚ ਦਿਖਾਈ ਦਿੰਦੇ ਆਪਾਂ ਨੂੰ, ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਕੌਂਸਟੀਲੇਸ਼ਨ। ਠੀਕ ਹੈ। ਕੌਂਸਟੀਲੇਸ਼ਨ ਮਤਲਬ ਤਾਰਾ ਮੰਡਲ। ਠੀਕ ਹੈ। You will identify forms like human beings and animals। ਤੇ ਤੁਸੀਂ ਦੇਖੋਗੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਮਨੁੱਖ ਦੀਆਂ ਆਕ੍ਰਿਤੀਆਂ ਤੇ ਕੁਝ ਜਾਨਵਰਾਂ ਦੀਆਂ ਆਕ੍ਰਿਤੀਆਂ ਵੀ ਤੁਸੀਂ ਲੱਭ ਸਕਦੇ ਹੋ। Saptarishi is one such constellation that has been observed since ancient times। ਤੇ ਸਪਤਰਿਸ਼ੀ ਵੀ ਇਹਨਾਂ ਦੇ ਵਿੱਚੋਂ ਹੀ ਇੱਕ ਕੌਂਸਟੀਲੇਸ਼ਨ ਹੈਗਾ, ਤਾਰਾ ਮੰਡਲ ਹੈ, ਜਿਹੜਾ ਕਿ ਬਹੁਤ ਪੁਰਾਣੇ ਸਮੇਂ ਤੋਂ ਦੇਖਿਆ ਜਾਂਦਾ ਹੈ। ਠੀਕ ਹੈ। It is group of 7 stars which appears like a great bear। ਹਾਂਜੀ, ਇਹ 7 ਤਾਰਿਆਂ ਦਾ ਇੱਕ ਸਮੂਹ ਹੈ। ਠੀਕ ਹੈ। ਜਿਹਦੀ ਸ਼ੇਪ ਜਿਹੜੀ ਹੁੰਦੀ ਹੈ ਉਹ ਕੁਐਸਚਨ ਮਾਰਕ ਦੇ ਨਿਸ਼ਾਨ ਦੀ ਤਰ੍ਹਾਂ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਕੁਐਸਚਨ ਮਾਰਕ ਪਾ ਦਿੰਦੇ ਨਾ, ਉਸ ਤਰ੍ਹਾਂ ਦਾ ਇਹ ਦਿਖਾਈ ਦਿੰਦਾ। ਤੁਸੀਂ ਅੱਜ ਰਾਤ ਨੂੰ ਆਕਾਸ਼ ਦੇ ਵਿੱਚ ਦੇਖਣਾ, ਧਿਆਨ ਦੇ ਨਾਲ ਦੇਖਿਓ, 7 ਸਟਾਰਸ ਦਿਖਣਗੇ ਤੁਹਾਨੂੰ। ਠੀਕ ਹੈ। ਉਹਨਾਂ ਦੀ ਸ਼ੇਪ ਦੇਖਿਓ, ਉਹ ਇਸ ਤਰ੍ਹਾਂ ਲੱਗੇਗਾ ਕਿ ਆਕਾਸ਼ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੇ ਕੁਐਸਚਨ ਮਾਰਕ ਦਾ ਸਾਈਨ ਪਾਇਆ ਹੁੰਦਾ। ਦੇਖਣਾ ਤੁਸੀਂ ਅੱਜ। All these stars are very far from the earth। ਤੇ ਇਹ ਜਿੰਨੇ ਵੀ ਸਟਾਰਸ ਹੈਗੇ ਆ, ਇਹ ਧਰਤੀ ਤੋਂ ਬਹੁਤ ਜ਼ਿਆਦਾ ਦੂਰ ਆ। They appear us twinkling because their light has to pass through many layers of air। ਤੇ ਆਪਾਂ ਜਦੋਂ ਉਹਨਾਂ ਨੂੰ ਦੇਖਦੇ ਹਾਂ ਹੈ ਨਾ, ਸਟਾਰਸ ਨੂੰ ਜਦੋਂ ਉੱਪਰ ਆਕਾਸ਼ 'ਚ ਦੇਖਦੇ ਹਾਂ, ਆਪਾਂ ਨੂੰ ਇੱਦਾਂ ਲੱਗਦਾ ਨਾ ਵੀ ਇਹ ਟਿਮਟਿਮਾਉਂਦੇ ਆ, ਹੈ ਨਾ। ਉਹ ਕਿਉਂ ਟਿਮਟਿਮਾਉਂਦੇ ਆਪਾਂ ਨੂੰ ਦਿਖਾਈ ਦਿੰਦੇ ਆ? ਕਿਉਂਕਿ ਜਦੋਂ ਆਪਾਂ ਨੀਚੋਂ ਧਰਤੀ ਤੋਂ ਉਹਨਾਂ ਨੂੰ ਦੇਖਦੇ ਆ ਨਾ, ਤੇ ਜਿਹੜਾ ਰਸਤੇ ਦੇ ਵਿੱਚ ਹਵਾ ਹੁੰਦੀ ਆ, ਹਵਾ ਦੀਆਂ ਇੰਨੀਆਂ ਲੇਅਰਸ ਹੁੰਦੀਆਂ ਰਸਤੇ ਦੇ ਵਿੱਚ, ਹੈ ਨਾ, ਤਹਿਾਂ ਹੁੰਦੀਆਂ ਹਵਾ ਦੀਆਂ, ਤੇ ਉਹ ਤਾਰੇ ਜਿਹੜੇ ਉਹਨਾਂ ਹਵਾ ਦੇ ਵਿੱਚੋਂ ਦੀ ਆਪਾਂ ਉਹਨਾਂ ਨੂੰ ਦੇਖਦੇ ਆ, ਤੇ ਉਹ ਇਸ ਤਰ੍ਹਾਂ ਦਿਖਾਈ ਦਿੰਦੇ ਆ ਜਿਸ ਤਰ੍ਹਾਂ ਉਹ ਟਿਮਟਿਮਾਉਂਦੇ ਆ। ਠੀਕ ਹੈ। ਕਿਉਂਕਿ ਉਹਨਾਂ ਨੂੰ ਉਸ ਹਵਾ ਦੇ ਵਿੱਚੋਂ ਦੀ ਕ੍ਰੋਸ ਕਰਕੇ ਹੀ ਆਪਣੇ ਐ ਤੱਕ ਆਉਣਾ ਹੁੰਦਾ ਹੈ ਨਾ, ਤਾਂ ਹੀ ਦੇਖਦੇ ਹਾਂ ਆਪਾਂ ਉਹਨਾਂ ਨੂੰ, ਹਵਾ ਦੇ ਵਿੱਚੋਂ ਦੀ ਕ੍ਰੋਸ ਕਰਕੇ ਹੀ ਦੇਖਦੇ ਨਾ। Their distance cannot be represented in terms of kilometers। ਤੇ ਜਿਹੜੀ ਇਹ ਦੂਰੀ ਹੁੰਦੀ ਆ, ਹੈ ਨਾ, ਇਹਨੂੰ ਆਪਾਂ ਕਿਲੋਮੀਟਰਸ ਦੇ ਵਿੱਚ ਨਹੀਂ ਦੱਸ ਸਕਦੇ, ਕਿਉਂਕਿ ਇਹ ਬਹੁਤ ਜ਼ਿਆਦਾ ਡਿਸਟੈਂਸ ਹੁੰਦਾ, ਦੂਰੀ ਬਹੁਤ ਜ਼ਿਆਦਾ ਹੁੰਦੀ ਆ, ਇਸ ਲਈ ਕਿਲੋਮੀਟਰ ਦੇ ਵਿੱਚ ਇਹਨੂੰ ਨਹੀਂ ਦੱਸਿਆ ਜਾਂਦਾ। Therefore light years are used to tell their distance। ਤੇ ਜਦੋਂ ਆਪਾਂ ਇਹ ਦੂਰੀ ਦੱਸਣੀ ਹੋਵੇ ਵੀ ਆਕਾਸ਼ ਤੋਂ ਧਰਤੀ ਤੱਕ ਜਿਹੜੀ ਇਹਨਾਂ ਦੀ ਦੂਰੀ ਆ ਉਹ ਕਿੰਨੀ ਆ, ਤੇ ਆਪਾਂ ਉਹਦੇ ਲਈ ਜਿਹੜੀ ਟਰਮ ਯੂਜ਼ ਕਰਦੇ ਆ ਉਹ ਲਾਈਟ ਈਅਰਸ ਯੂਜ਼ ਕਰਦੇ ਆ। ਪ੍ਰਕਾਸ਼ ਸਾਲ, ਵੀ ਤਾਰੇ ਕਿੰਨੇ ਪ੍ਰਕਾਸ਼ ਸਾਲ ਦੂਰ ਆ, ਹੈ ਨਾ, ਦੂਰੀ ਉਹਨਾਂ ਦੀ ਕਿੰਨੀ ਆ, ਉਹਨੂੰ ਲਾਈਟ ਈਅਰਸ ਦੇ ਅਕੋਰਡਿੰਗ ਉਹਦੀ ਮੈਜਰਮੈਂਟ ਕੀਤੀ ਜਾਂਦੀ ਆ। ਠੀਕ ਹੈ। ਹਾਂਜੀ, ਦੇਖੋ ਹੁਣ ਲਾਈਟ ਈਅਰ ਕੀ ਹੁੰਦਾ। ਲਾਈਟ ਈਅਰ, ਲਾਈਟ ਟਰੈਵਲਸ 3 ਲੱਖ ਕਿਲੋਮੀਟਰ ਇਨ 1 ਸੈਕਿੰਡ। ਠੀਕ ਹੈ। 1 ਸੈਕਿੰਡ ਦੇ ਵਿੱਚ ਜਿਹੜੀ ਰੋਸ਼ਨੀ ਆ ਉਹ ਕਿੰਨੇ ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਲੈਂਦੀ ਆ? 3 ਲੱਖ ਕਿਲੋਮੀਟਰ ਦੀ। ਠੀਕ ਹੈ। 1 ਸੈਕਿੰਡ ਦੇ ਵਿੱਚ। The distance travelled in a year by a ray of light or on the speed of a ray is called light year। ਠੀਕ ਹੈ। ਤੇ 1 ਸਾਲ ਦੇ ਵਿੱਚ ਇੱਕ ਜਿਹੜੀ ਪ੍ਰਕਾਸ਼ ਦੀ ਕਿਰਨ ਹੁੰਦੀ ਆ, ਜਿਸ ਤਰੀਕੇ ਨਾਲ ਉਹ
आकाश तो धरती तक आउंदी है ना, पूरे साल दे विच जिहड़ी उहदी गति हुंदी है, उहदी स्पीड हुंदी है, उहनूं आपां की कह दिंदे आ जदों उहदी ट्रैवल करदी ओह, ठीक है, उहनूं आपां किहदे च मैजरमेंट करदे आ, उहनूं ही आपां लाइट ईयर कह दिंदे आ, ठीक है। प्रकाश साल दे रूप दे विच उहदी डिस्टेंस जिहड़ा ओह मैजरमेंट हुंदी है उहदी, ठीक है। यू कैन जज फ्रॉम द डेफिनेशन ऑफ लाइट ईयर हाउ फार द स्टार्स आर फ्रॉम द अर्थ। हाँ जी, हुण तुहानूं उपर जिहड़ी लाइट ईयर की डेफिनेशन लिखी हुई है, परिभाषा लिखी हुई है, उतों तुसीं अंदाज़ा लगा लिया होना कि जिहड़े स्टार्स आ वो धरती तो किन्ने ज़्यादा दूर आ। सम स्टार्स आर सो फार दैट देयर लाइट रीचिज द अर्थ इन मिलियंस ऑफ ईयर्स वाइल द लाइट ऑफ सन रीचिज द अर्थ विद इन 8 मिनट्स। हाँ जी, ਜਿਹੜੇ ਕੁਝ ਤਾਰੇ ਹੈਗੇ ਆ ਉਹ ਇੰਨੀ ਦੂਰ ਆ, ਠੀਕ ਹੈ, ਕਿ ਉਹਨਾਂ ਦੀ ਰੋਸ਼ਨੀ ਜਿਹੜੀ ਆ ਧਰਤੀ ਤੇ ਪਹੁੰਚਣ ਦੇ ਲਈ ਉਸ ਨੂੰ ਲੱਖਾਂ ਸਾਲ ਲੱਗ ਜਾਂਦੇ ਆ, ਠੀਕ ਹੈ। ਇੰਨੇ ਸਾਲਾਂ ਦੇ ਵਿੱਚ ਜਾ ਕੇ ਉਹਦੀ ਜਿਹੜੀ ਰੋਸ਼ਨੀ ਆ ਉਹ ਧਰਤੀ ਤੇ ਪਹੁੰਚਦੀ ਆ, ਠੀਕ ਹੈ। ਬਟ ਜਿਹੜਾ ਸਨ ਆ, ਠੀਕ ਹੈ, ਜਿਹੜੀ ਸਨ ਲਾਈਟ ਆ ਉਹ ਅਰਥ ਤੇ ਆਪਣੀ ਧਰਤੀ ਤੇ ਕਿੰਨੇ ਟਾਈਮ ਦੇ ਵਿੱਚ ਪਹੁੰਚਦੀ ਆ? 8 ਮਿੰਟਸ। ਕਿੰਨਾ ਟਾਈਮ ਲੱਗਦਾ ਉਹਨੂੰ ਧਰਤੀ ਤੇ ਪਹੁੰਚਣ ਦੇ ਲਈ? 8 ਮਿੰਟਸ ਦਾ ਸਮਾਂ ਲੱਗਦਾ, ਠੀਕ ਹੈ। ਇਹ ਕੁਐਸਚਨ ਹੈ, ਇੰਪੋਰਟੈਂਟ ਕੁਐਸਚਨ ਹੈ ਇਹ, ਕਿ ਜਿਹੜੀ ਧਰਤੀ ਤੇ ਸੂਰਜ ਦੀ ਰੋਸ਼ਨੀ ਕਿੰਨੇ ਟਾਈਮ 'ਚ ਪਹੁੰਚਦੀ ਆ? 8 ਮਿੰਟਸ ਦੇ ਵਿੱਚ ਪਹੁੰਚਦੀ ਆ, ਠੀਕ ਹੈ। although in comparison to stars the sun appears very close to the earth and its distance is measured in kilometer, even then the distance between sun and earth is 15 ਕਰੋੜ ਕਿਲੋਮੀਟਰ। हाँ जी, ਹੁਣ ਭਾਵੇਂ ਜਿਹੜਾ ਸਟਾਰਸ ਦੇ ਨਾਲ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਸਨ ਦਾ, ਹੈ ਨਾ, ਆਪਾਂ ਇਹਦਾ ਜਿਹੜਾ ਡਿਸਟੈਂਸ ਹੈ ਜਦੋਂ ਆਪਾਂ ਉਹਨੂੰ ਦੇਖਦੇ ਹਾਂ ਵੀ ਕਿੰਨੀ ਦੂਰੀ 'ਤੇ ਸਥਿਤ ਹੈ ਇਹ, ਤਾਂ ਉਹਨੂੰ ਆਪਾਂ ਸਨ ਦੀ ਜਿਹੜਾ ਡਿਸਟੈਂਸ ਆ ਉਹਨੂੰ ਆਪਾਂ ਕਿਲੋਮੀਟਰਸ ਦੇ ਵਿੱਚ ਹੀ ਕਾਊਂਟ ਕਰਦੇ ਹਾਂ, ਠੀਕ ਹੈ। ਇਹਦੀ ਦੂਰੀ ਜਿਹੜੀ ਉਹਨੂੰ ਕਿਲੋਮੀਟਰਸ ਦੇ ਵਿੱਚ ਹੀ ਕਾਊਂਟ ਕਰਦੇ ਹਾਂ। ਅਤੇ ਸੂਰਜ ਅਤੇ ਧਰਤੀ ਦੋਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈਗਾ, ਹੈ ਨਾ, ਉਹ ਪਤਾ ਕਿੰਨਾ? 15 ਕਰੋੜ ਕਿਲੋਮੀਟਰ, ਠੀਕ ਹੈ। ਕਿੰਨਾ? 15 ਕਰੋੜ ਕਿਲੋਮੀਟਰ। ਇਹ ਕੁਐਸਚਨਸ ਜਿਹੜੇ ਆ ਸ਼ਾਰਟ ਕੁਐਸਚਨ ਬਣ ਰਹੇ ਹੈ ਤੁਹਾਡੇ, ਧਿਆਨ ਦੇ ਨਾਲ ਇਹਨਾਂ ਨੂੰ ਅੰਡਰਲਾਈਨ ਕਰੀ ਚੱਲੋ ਨਾਲ ਨਾਲ, ਠੀਕ ਹੈ। ਸਾਇੰਟਿਸਟ ਹੈਵ ਲੋਕੇਟਡ ਕੌਂਸਟੀਲੇਸ਼ਨ that are 200 ਕਰੋੜ ਲਾਈਟ ਈਅਰ ਅਵੇ ਫਰੋਮ ਦਾ ਅਰਥ। ਅਤੇ ਜਿਹੜੇ ਆਪਣੇ ਸਾਇੰਟਿਸਟ ਹੈਗੇ ਆ, ਜਿਹੜੇ ਆਪਣੇ ਵਿਗਿਆਨੀ ਆ, ਉਹਨਾਂ ਨੇ ਆਪਾਂ ਨੂੰ ਇਹ ਵੀ ਦੱਸਿਆ, ਬਹੁਤ ਸਾਰੀਆਂ ਉਹਨਾਂ ਨੇ ਮਤਲਬ ਜਿਹੜੀਆਂ ਕੀਤੀਆਂ ਖੋਜਾਂ ਕੀਤੀਆਂ, ਉਹਦੇ 'ਚ ਉਹਨਾਂ ਨੂੰ ਪਤਾ ਲੱਗਿਆ ਅਤੇ ਆਪਣੇ ਥਰੂ ਇਹ ਦੱਸਿਆ ਉਹਨਾਂ ਨੇ ਆਪਾਂ ਨੂੰ ਕਿ ਜਿਹੜੀ ਕੌਂਸਟੀਲੇਸ਼ਨ ਹੈ ਕਈ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਜਿਹੜੀਆਂ ਕਿ ਧਰਤੀ ਤੋਂ 200 ਕਰੋੜ ਲਾਈਟ ਈਅਰ ਦੂਰ ਹੈਗੀਆਂ, ਠੀਕ ਹੈ। 200 ਕਰੋੜ ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਹੈਗੀਆਂ ਆ। ਸੱਚ ਕੌਂਸਟੀਲੇਸ਼ਨ ਆਰ ਕੋਲਡ ਗੈਲੈਕਸੀ ਕਲੈਕਟਿਵਲੀ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੌਂਸਟੀਲੇਸ਼ਨ ਆ, ਤਾਰਾ ਮੰਡਲ ਆ, ਇਹਨਾਂ ਨੂੰ ਆਪਾਂ ਸਮੂਹਿਕ ਰੂਪ ਦੇ ਵਿੱਚ ਕੀ ਕਹਿ ਦਿੰਦੇ ਹਾਂ? ਗੈਲੈਕਸੀ, ਠੀਕ ਹੈ, ਗੈਲੈਕਸੀ ਕਹਿ ਦਿੰਦੇ ਆਪਾਂ। ਦੇਅਰ ਆਰ ਅਪਰੋਕਸੀਮੇਟਲੀ 6000 ਮਿਲੀਅਨ ਸੱਚ ਗੈਲੈਕਸੀ ਇਨ ਦਾ ਯੂਨੀਵਰਸ। ਅਤੇ ਹੁਣ ਤੱਕ ਲਗਭਗ ਆਪਾਂ ਨੂੰ ਬ੍ਰਹਿਮੰਡ ਦੇ ਵਿੱਚ ਆਪਣੇ 'ਚ ਯੂਨੀਵਰਸ ਦੇ ਵਿੱਚ ਕਿੰਨੀਆਂ ਗੈਲੈਕਸੀਜ਼ ਮਿਲੀਆਂ? 6000 ਮਿਲੀਅਨ, ਠੀਕ ਹੈ। 6 ਅਰਬ ਦੇ ਕਰੀਬ ਜਿਹੜੀਆਂ ਕੌਂਸਟੀਲੇਸ਼ਨਸ ਆ ਉਹ ਆਪਣੀਆਂ ਮਿਲੀਆਂ ਆਪਾਂ ਨੂੰ। ਦੇਅਰ ਆਰ ਅਪਰੋਕਸੀਮੇਟਲੀ 100 ਬਿਲੀਅਨ ਸਟਾਰਸ ਆਰ ਦੇਅਰ ਇਨ 1 ਗੈਲੈਕਸੀ। ਅਤੇ ਲਗਭਗ 100 ਬਿਲੀਅਨ, ਠੀਕ ਹੈ, 100 ਬਿਲੀਅਨ ਮਤਲਬ 1 ਖਰਬ ਜਿਹੜੇ ਤਾਰੇ ਆ ਉਹ ਇੱਕ ਗੈਲੈਕਸੀ ਦੇ ਵਿੱਚ ਆ ਜਾਂਦੇ ਆ। ਫਰੋਮ ਦਿਸ ਯੂ ਕੈਨ ਇਮੈਜਨ ਹਾਊ ਮੈਨੀ ਸਟਾਰਸ ਆਰ ਦੇਅਰ ਇਨ ਆਲ। ਅਤੇ ਇਸ ਚੀਜ਼ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹਾਂ, ਤੁਸੀਂ ਕਲਪਨਾ ਕਰ ਸਕਦੇ ਹਾਂ ਕਿ ਆਪਣੇ ਜਿਹੜੇ ਇਹ ਸਾਰੇ ਸਟਾਰਸ ਆ ਉਹ ਕਿੰਨੇ ਹੋਣਗੇ, ਠੀਕ ਹੈ, ਕਿ ਉਹਨਾਂ ਦੇ ਵਿੱਚ ਟੋਟਲ ਕਿੰਨੇ ਸਟਾਰ ਹੋ ਸਕਦੇ ਆ। ਅ ਪਾਰਟ ਆਫ ਗੈਲੈਕਸੀ that contains a million stars and planets is known as ਆਕਾਸ਼ ਗੰਗਾ ਔਰ ਮਿਲਕੀ ਵੇ, ਠੀਕ ਹੈ। ਅਤੇ ਗੈਲੈਕਸੀ ਦਾ ਉਹੀ ਭਾਗ ਜਿਹਦੇ ਵਿੱਚ ਲੱਖਾਂ ਤਾਰੇ ਅਤੇ ਗ੍ਰਹਿ, ਠੀਕ ਹੈ, ਜਿਹਦੇ ਵਿੱਚ ਹੁੰਦੇ ਆ, ਉਹਨੂੰ ਆਪਾਂ ਕੀ ਨਾਮ ਦੇ ਰਹੇ ਹਾਂ? ਆਕਾਸ਼ ਗੰਗਾ ਜਾਂ ਮਿਲਕੀ ਵੇ। ਅ ਪਾਰਟ ਆਫ ਮਿਲਕੀ ਵੇ that consists of 8 planets and sun is called solar
सिस्टम। तो मिल्की वे ठीक है जिहदे विच अपने 8 प्लैनेट ते सन भी आ जांदा ठीक है, उहनूं आपां की कह दिंदे आ सोलर सिस्टम। ये भी एक मिल्की वे दा ही एक पार्ट हैगा, एक हिस्सा आ जिहदे विच अपना सारा सोलर सिस्टम आ जांदा आ ठीक है। लेट अस स्टडी द सोलर सिस्टम। फस्ट ऑफ ऑल वी स्टडी वॉट इज़ प्लैनेट। हाँ जी कहते आओ हुण आपां अपने सोलर सिस्टम बारे स्टडी करिए। सब तो पहला आपां ये देखांगे कि प्लैनेट की हुंदा आ ठीक है, प्लैनेट बारे आपां स्टडी करांगे। द वर्ड प्लैनेट इन ग्रीक लैंगुएज मीनस ऑल द मूविंग थिंग्स। हाँ जी जिहड़ा हुण वर्ड हैगा प्लैनेट ये ग्रीक जिहड़ी यूनानी भाषा आ उहदे तो लिया गया जिहदा मतलब हुंदा घूमण वालियां चीज़ां ठीक है। द प्लैनेट्स आर द solidified gaseous balls moving around the sun in a particular direction in the space। हाँ जी हुण जिहड़े प्लैनेट्स आ ये की आ जां तां ठोस जां फिर गैसी गोले आ ठीक है, जिहड़े कि पुलाड़ दे विच स्पेस दे विच सन दे आले दुआले एक निश्चित दिशा दे विच की कर रहे आ घूमदे आ ठीक है। Many of the planets appear glowing due to the reflection of sunlight। ते बहुत सारे जिहड़े planets आ ग्रह आ वो भी चमकदे दिखाई दिंदे आ किस चीज़ दे नाल, सूरज दी रोशनी जदों उन्हां उपर पैंदी आ है ना रिफ्लैक्ट हुंदे आ उदों वो भी चमकदे दिखाई दिंदे आ। In our solar system there are 8 planets। ते अपने सोलर सिस्टम दे विच किन्ने planets आ 8 planets आ। सन इज़ द क्रिएटर ऑफ दीज प्लैनेट्स। तो सन ही इन्हां सारे प्लैनेट्स का क्रिएटर आ ठीक है, उन्हें इनू सारे जिहड़ी आ ये प्लैनेट्स नू पैदा किया। दीज प्लैनेट्स आर नेम्ड आफ्टर द नेम ऑफ ग्रीक गॉड एंड गॉडेस। हाँ जी हुण अपने जिन्ने भी प्लैनेट्स आ इन्हां सारियां दे जिहड़े नाम आ वो सारे यूनानी देवी देवतियां दे नाम ते रखे गए आ। दे वेरी इन देयर साइज़ ते उन्हां दे आकार जिहड़े आ वो भी एक दूजे तो अलग आ ठीक है, जिन्ने भी प्लैनेट्स है वो सेम साइज़ दे नहीं हैगे, उन्हां दा साइज़ अलग अलग हैगा। हाँ जी हुण देखो आ सारा टेबल ध्यान दे नाल ठीक है, इहदे च नंबर 1 तो लेके 8 तक सारे प्लैनेट्स दे नेम दिते होए आ। नैक्सट कॉलम जिहड़ा आ उहदे च डायमीटर इन किलोमीटर्स ठीक है, उहदे च इहदा साइज़ दस्सिया होया ठीक है, व्यास किलोमीटर दे विच दस्सिया होया। थर्ड दे विच डिस्टेंस फ्रॉम सन इन मिलियन किलोमीटर्स। ते थर्ड नंबर ते की आ कि सन तो इन्हां दी किन्नी दूरी आ किलोमीटर्स दे विच है ना वो दस्सी गई आ। नंबर ऑफ सैटेलाइट्स ते लास्ट वाली लाइन दे विच लिखिया होया भी किहड़े प्लैनेट दे किन्ने सैटेलाइट हैगे आ जां किसे दा जे नहीं हैगा है ना, वो सारी डिटेल इत्थों लिखी हुई आ। हाँ जी इस टेबल नू तुसी ध्यान नाल रीड करना ओके। तो सब तो पहला तुसी क्योंकि ये विचों बहुत सारे क्वेश्चन बन के आएंगे शॉर्ट क्वेश्चनस भी ठीक है। हाँ जी सब तो पहला तुसी सारिਆਂ ਦੇ ਜਿਹੜਾ नेम आ तुसी ये याद कर लेने आ। देखो सब तो पहला की है मरकरी, वीनस, अर्थ, मार्स, जुपिटर, सैटर्न, यूरेनस एंड नैपच्यून। ये 8 प्लैनेट्स के नेम आ ठीक है। तो इन्हों तुसी याद करन दे लई एक सेंटेंस याद रख लियो, उहदे नाल तुहानूं सारिਆਂ दे नेम याद हो जाणगे ठीक है। तुसी सेंटेंस नोट डाउन कर लो। माई वेरी एजुकेटेड मदर जस्ट सर्व्ड अस नट्स ठीक है। हुण ये सेंटेंस का जिहड़ा फस्ट लैटर हैगा उहदे तो तुहानूं सारिਆਂ दे नेम जिहड़े आ वो याद हो जाणगे ठीक है। हुण एक बारी तुसी इन्हां नूं पंजाबी दे विच भी इन्हां दे नेम जिहड़े आ वो देख लो भी मरकरी, वीनस, अर्थ, मार्स इन्हां नूं आपां पंजाबी च जिहड़ा किस नाम दे नाल बुलाउने आ ठीक है। चलो मैं तुहानूं अपने अकॉर्डिंग दस दिंदी आ जिस तरीके नाल मैं सोचदी कि तुहानूं ईजीली याद हो सकदे आ। जिस तरह आपां नूं दिनां दे नाम पता है ना, सब तो पहला प्लैनेट जिहड़ा आ गया वो लिख लिओ मार्स ठीक है।
मार्स किहड़ा हुंदा मंगल। ठीक है, इनू तुसीं जे नंबर 1 ते लिख लैणे सीक्वेंस वाइज जल्दी याद हो जाऊगा। ठीक है, ये हो गया मार्स मंगल। ठीक है, नंबर 1 ते कर लियो। उस तो बाद आ गया तुहाडा अगला इस तो नैक्सट किहड़ा आ गया मरक्यूरी। ठीक है, ये की हुंदा बुध। ठीक है, नंबर 2 ते यह कर लो, पहला मार्स मंगल, फिर उस तो अगला दिन किहड़ा हुंदा बुधवार हुंदा ना वैनसडे, उहनूं की कर लो एम ते मरक्यूरी। ठीक है, उस तो बाद अगला नैक्सट हुंदा आपां कहंदे वीरवार है ना, ये आ गया जुपिटर। ਇਹਦਾ ਕਿਹੜਾ ਹੁੰਦਾ ਬ੍ਰਹਿਸਪਤੀ है ना, बृहस्पति हिंदी च भी कह दें ना आप बृहस्पतिवार। ठीक है, इत्थों इनू याद कर लो नंबर 3 ते जुपिटर बृहस्पति। ठीक है, उस तो बाद आ गया वीरवार। ठीक है, उस तो बाद किहड़ा हुंदा शुक्रवार हुंदा, ये किहड़ा आ गया वीनस। वीनस की हो गया शुक्र। ठीक है, उस तो बाद आ जाओ अगला शुक्रवार तो की हुंदा अगला शनिवार आ गया सैटर्न। सैटर्न नूं भी की कह दें आपां शनि। ठीक है, ये तो याद हो गए, इन्ने तो कोई प्रॉब्लम नहीं ना। देखो मार्स, फिर आ गया नंबर 2 ते मरक्यूरी। ठीक है, उस तो बाद की आ गया इधर जुपिटर। ठीक है, उस तो बाद की आ गया वीनस, ते उस तो बाद की आ गया सैटर्न। आ 5 तो आप इस तरह ही याद रख सकते हैं है ना, डेज के नेम के अकॉर्डिंग आप इन्होंने याद रख सकते हैं। उस तो बाद रह गए 3 अर्थ, आपको पता ही आ, ये कोई याद करने की लोड़ ही नहीं, ये आपको पता ही है अर्थ का मतलब धरती या पृथ्वी। ठीक है, तो आ जिहड़े 2 आ यूरेनस ते नैपच्यून, ये भी ईजी आ क्योंकि इन्हों का कोई पंजाबी च नेम नहीं, इनू यूरेनस नू यूरेनस याद कर लो, तो नैपच्यून नू नैपच्यून ही याद कर लो। क्लीयर हो गया, हुण तुहानूं ये नहीं भुल्लणगे। ठीक है, पंजाबी च भी नेम इन्हां दे तुहानूं याद रहणगे, तुहानूं इंग्लिश भी याद रहणगे अगर तुसीं वो सेंटेंस जिहड़ा उहनूं याद रख लोगे। ठीक है, माई वेरी एजुकेटेड मदर जस्ट सर्वड अस नट्स। ठीक है, इस तरीके नाल तुसीं इहनूं याद रख सकते हैं। चलो हुण आपां देखदे हां इहदे चों तुसीं होर की चीज़ां याद रखणियां। एक तां ये याद रखो भी इहदे विच्चों सब तो बिगेस्ट प्लैनेट किहड़ा आ। ठीक है, फिर देखना है समॉलेस्ट प्लैनेट किहड़ा आ। ठीक है, उस तो बाद तुसीं इहदी डिस्टेंस भी सब तो वध डिस्टेंस जिहड़ा किहदा आ ते सब तो घट सन तो किहदा आ, ये याद रख लो। ठीक है, एक सैटेलाइट आ जिहड़ा लास्ट कॉलम हैगा। ठीक है, इहदे विच्चों किहड़े प्लैनेट ते सब तो वध सैटेलाइट्स आ, किहड़े प्लैनेट से सब तो घट सैटेलाइट्स आ, ते किहड़े दे है ही नहीं, कोई प्लैनेट नहीं हैगा। ठीक है, ये सारा कुछ तुहानूं सारे क्वेश्चनस इस टेबल तो याद होणगे। अबाउट 10 to 15 क्वेश्चन इत्थों बन जाने। ठीक है, इस टेबल तो ही तुहानूं ये याद कर लियो। ठीक है, हाँ जी, नैक्सट इत्थे लिखा होया डायमीटर। हाँ जी, डायमीटर की हुंदा अ लाइन ड्रॉन इन द सेंटर ऑफ अ सर्कल थ्रू द पॉइंट्स ऑन द सर्कल इन ओपोजिट डायरैक्शन। हाँ जी, हुण डायमीटर की हुंदा व्यास की हुंदा। सपोज एक सर्कल आ, ठीक है, एक चक्कर लगा लो, एक सर्कल लगा लो पहला। ठीक है, ਉਹਦੇ ਵਿੱਚੋਂ ਦੀ बिल्कुल सेंटर ਦੇ ਵਿੱਚੋਂ ਦੀ एक लाइन दूजे साइड ਤੇ ਜਾਂਦੀ ਆ ओपोजिट साइड ਤੇ, ਉਹਨੂੰ सेंटर ਦੇ ਨਾਲੋਂ हाफ बन ਜਾਂਦਾ। ठीक है, दोनों साइड से सेम हो जाता। जिहड़ा यही लाइन आ, ठीक है, एक पॉइंट तो दूजी पॉइंट तक जाती आ सर्कल दे ओपोजिट डायरैक्शन च जाती आ, इनू ही आपां की कह दिंदे आ डायमीटर, इनू आपां कह दिंदे आ व्यास। ठीक है, हाँ जी, फ्रॉम द टेबल गिवन अबव you can easily make out that the Jupiter is the largest planet। हाँ जी, हुण उपर वाले टेबल नूं रीड करन तो बाद देखण तो बाद तुहानूं समझ आ गया होना कि सब तो बड़ा प्लैनेट किहड़ा आ जुपिटर। सैटर्न कम्स नैक्सट, then on the 3rd and 4th rank are Uranus and Neptune respectively। हाँ जी, दूसरे नंबर ते किहड़ा आ जांदा फिर सैटर्न, तीसरे ते चौथे नंबर ते आ जांदा यूरेनस ते नैपच्यून, ते अपनी जिहड़ी अर्थ आ आर अर्थ कम्स ऑन द 5th पोजीशन, ते 5 नंबर ते किहड़ा आ गया अर्थ। प्लूटो वाज नोन टू बी द स्मॉलेस्ट प्लैनेट, साइंटिस्ट्स बिलीव दैट इट हैज़ बीन डिसअपीयर्ड। हाँ जी, हुण आपां 8 प्लैनेट्स ही कहने आ, पहला 9 हुंदे सी, एक लास्ट च आउंदा सी प्लूटो। ठीक है, प्लूटो नूं सब तो छोटा प्लैनेट मन्निया जांदा सी, पर हुण जिहड़े साइंटिस्ट आ उन्हां दा विश्वास है कि जिहड़ा प्लूटो आ ये अलोप हो गया, हुण ये नहीं हैगा, एग्जिस्ट नहीं करता। ठीक है, प्लैनेट्स डू नॉट हैव देयर ओन लाइट एंड हीट।
हाँ जी, ਜਿਹੜੇ ਪਲੈਨਟਸ ਆ ਉਹਨਾਂ ਦੀ ਆਪਣੀ ਰੋਸ਼ਨੀ ਜਾਂ ਆਪਣੀ ਹੀਟ ਗਰਮੀ ਨਹੀਂ ਹੈਗੀ। ਆਲ ਦੀਜ਼ ਪਲੈਨਟਸ ਗੈਟ ਲਾਈਟ ਐਂਡ ਹੀਟ ਫਰੋਮ ਦਾ ਸਨ। ਤੇ ਇਹ ਸਾਰੇ ਜਿਹੜੇ ਪਲੈਨਟਸ ਆ ਇਹ ਰੋਸ਼ਨੀ ਤੇ ਜਿਹੜੀ ਗਰਮੀ ਆ ਉਹ ਕਿੱਥੋਂ ਪ੍ਰਾਪਤ ਕਰਦੇ ਆ? ਸਨ ਤੋਂ, ਸੂਰਜ ਤੋਂ ਪ੍ਰਾਪਤ ਕਰਦੇ ਆ। ਇਹਨਾਂ ਦੀ ਆਪਣੀ ਰੋਸ਼ਨੀ ਤੇ ਆਪਣੀ ਜਿਹੜੀ ਹੀਟ ਆ ਉਹ ਨਹੀਂ ਹੈਗੀ। The sun is very large and hot, but its sphere heat cannot be felt due to its long distance from the earth। ਜਿਹੜਾ ਸਨ ਆ ਉਹ ਬਹੁਤ ਵੱਡਾ ਆ ਤੇ ਬਹੁਤ ਜ਼ਿਆਦਾ ਗਰਮ ਆ, ਪਰ ਇਹਦੀ ਇੰਨੀ ਗਰਮੀ ਜਿਹੜੀ ਆ ਸਾਨੂੰ ਮਹਿਸੂਸ ਨਹੀਂ ਹੁੰਦੀ ਕਿਉਂਕਿ ਇਹ ਸਾਡੇ ਤੋਂ ਬਹੁਤ ਜ਼ਿਆਦਾ, ਧਰਤੀ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਸਥਿਤ ਆ। Earth is approximately 150 million 15 ਕਰੋੜ ਕਿਲੋਮੀਟਰ ਅਵੇ ਫਰੋਮ ਦਾ ਸਨ। ਠੀਕ ਹੈ, ਤੇ ਜਿਹੜੀ ਧਰਤੀ ਆ ਉਹ ਲਗਭਗ 15 ਕਰੋੜ ਕਿਲੋਮੀਟਰ ਜਿਹੜੀ ਆ ਸਨ ਤੋਂ ਦੂਰ ਆ। ਠੀਕ ਹੈ, ਸਨ ਤੋਂ ਅਰਥ ਦੀ ਜਿਹੜੀ ਦੂਰੀ ਆ ਉਹ 15 ਕਰੋੜ ਕਿਲੋਮੀਟਰ ਆ। ਠੀਕ ਹੈ, 1 ਮਿਲੀਅਨ ਇਜ਼ ਆਫ 10 ਲੱਖ। ਠੀਕ ਹੈ, 1 ਮਿਲੀਅਨ ਮੀਨਸ 10 ਲੱਖ। ਹਾਂਜੀ, ਆ ਨੀਚੇ ਇੱਕ ਹੋਰ ਡਾਇਗਰਾਮ ਆ ਦਾ ਸੋਲਰ ਸਿਸਟਮ। ਠੀਕ ਹੈ, ਸੋਲਰ ਸਿਸਟਮ ਦੀ ਡਾਇਗਰਾਮ ਆ। ਇਹਦੇ 'ਚ ਤੁਸੀਂ ਦੇਖੋ ਇੱਧਰਲੀ ਸਾਈਡ 'ਤੇ ਸਨ ਅਤੇ ਇਹਦੇ 'ਚ ਤੁਹਾਨੂੰ ਉੱਪਰ ਸਭ ਤੋਂ ਦੇਖੋ ਪਲੂਟੋ ਵੀ ਦਿਖ ਰਿਹਾ। ਠੀਕ ਹੈ, ਜਿਹੜਾ ਸਮੋਲੈਸਟ ਪਲੈਨਟ ਮੰਨਿਆ ਜਾਂਦਾ ਸੀ ਪਹਿਲਾਂ। ਠੀਕ ਹੈ, ਅਤੇ ਆਹ ਹੁਣ ਨੀਚੇ ਵਾਲੇ ਸਾਰੇ 8 ਪਲੈਨਟਸ ਜਿਹੜੇ ਆ ਉਹ ਹੁਣ ਹੈ ਆਪਣੇ ਸੋਲਰ ਸਿਸਟਮ 'ਚ, ਅਤੇ ਪਲੂਟੋ ਨੂੰ ਹੁਣ ਜਿਹੜਾ ਆ ਉਹ ਇਹਦਾ ਇੱਕ ਹਿੱਸਾ ਨਹੀਂ ਮੰਨਿਆ ਜਾਂਦਾ ਕਿਉਂਕਿ ਸਾਇੰਟਿਸਟ ਦਾ ਮੰਨਣਾ ਕਿ ਇਹ ਹੁਣ ਐਗਜ਼ਿਸਟ ਨਹੀਂ ਕਰ ਰਿਹਾ। ਠੀਕ ਹੈ, ਅਤੇ ਆ ਬਾਕੀ ਪਲੈਨਟਸ ਤੁਸੀਂ ਦੇਖ ਲਓ, ਇਹਦਾ ਡਿਸਟੈਂਸ ਦੇਖ ਲਿਓ। ਠੀਕ ਹੈ, ਇਹਨਾਂ ਦਾ ਕਲਰ ਕਿਸ ਕਲਰ 'ਚ ਹੈਗੇ ਆ, ਕਿਸ ਤਰ੍ਹਾਂ ਦੀ ਇਹਨਾਂ ਦੀ ਲੁੱਕ ਹੈਗੀ ਆ। ਠੀਕ ਹੈ, ਉਹ ਤੁਹਾਨੂੰ ਇਸ ਤੋਂ ਇਸ ਜਿਹੜਾ ਪਿਕਚਰ ਆ ਇਹਦੇ 'ਚੋਂ ਕਲੀਅਰ ਹੋ ਜਾਣਾ। ਅਤੇ ਇਫ ਪੋਸੀਬਲ ਯੂ ਕੈਨ ਡਰਾਅ ਦਿਸ ਪਿਕਚਰ ਔਨ ਯੂਅਰ ਫੇਅਰ ਨੋਟਬੁੱਕ। ਠੀਕ ਹੈ, ਕਈ ਬੱਚੇ ਬਹੁਤ ਵਧੀਆ ਡਰਾਇੰਗ ਕਰਦੇ ਆ, ਅਤੇ ਤੁਸੀਂ ਆਹੀ ਡਾਇਗਰਾਮ ਜਿਹੜੀ ਆ ਸੇਮ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਵੀ ਡਰਾਅ ਕਰਿਓ, ਇਸੇ ਤਰ੍ਹਾਂ ਕਲਰ ਕਰਕੇ। ਠੀਕ ਹੈ, ਬਣਾ ਕੇ ਦੇਖਣੀ ਆ ਤੁਸੀਂ। ਹਾਂਜੀ, ਯੂ ਮੇ ਥਿੰਕ ਵੇਅਰ ਡਿਡ ਦਿਸ ਸਨ ਕਮ ਫਰੋਮ। ਹਾਂਜੀ, ਤੁਸੀਂ ਕਦੇ ਸੋਚਦੇ ਹੋਵੋਗੇ ਕਿ ਜਿਹੜਾ ਸਨ ਆ ਵੀ ਉਹ ਕਿੱਥੋਂ ਆਇਆ, ਹੈ ਨਾ, ਸਨ ਕਿਸ ਤਰ੍ਹਾਂ ਪੈਦਾ ਹੋਇਆ। Scientists believe that sun is made out of the moving gaseous clouds which is called nebula। ਹਾਂਜੀ, ਜਿਹੜੇ ਸਾਇੰਟਿਸਟ ਹੈਗੇ ਆ, ਜਿਹੜੇ ਵਿਗਿਆਨੀ ਆ, ਉਹਨਾਂ ਦਾ ਮੰਨਣਾ ਕਿ ਜਿਹੜਾ ਸੂਰਜ ਆ ਉਹ ਗੈਸੀ ਬੱਦਲਾਂ ਦੇ ਨਾਲ ਜਿਹੜੇ ਕਿ ਘੁੰਮਦੇ ਸੀਗੇ, ਹੈ ਨਾ, ਉਹਦੇ ਤੋਂ ਬਣਿਆ ਜਿਹਦਾ ਨਾਮ ਸੀ ਨੈਬੂਲਾ। ਠੀਕ ਹੈ, ਗੈਸੀ ਬੱਦਲਾਂ ਦੇ ਜਿਹੜਾ ਸੀ ਗੈਸੀ ਬੱਦਲ ਸੀਗੇ ਜਿਹਨੂੰ ਨੈਬੂਲਾ ਦਾ ਨਾਮ ਦਿੱਤਾ ਜਾਂਦਾ, ਉਸ ਤੋਂ ਬਣਿਆ ਆ। Rest of the planets are also supposed to be made of this gaseous clouds। ਤੇ ਜਿਹੜੇ ਬਾਕੀ ਦੇ planets ਆ ਉਹ ਵੀ ਇਸੇ ਗੈਸੀਅਸ ਜਿਹੜਾ ਕਲਾਊਡ ਹੈਗਾ, ਗੈਸੀ ਬੱਦਲ ਹੈਗੇ, ਇਹਨਾਂ ਤੋਂ ਬਣੇ ਹੋਏ ਸਮਝੇ ਜਾਂਦੇ ਆ। They are supposed to exist due to gravitation। ਤੇ ਇਹ ਮੰਨਿਆ ਜਾਂਦਾ ਕਿ ਇਹ ਜਿਹੜੇ ਇਹਨਾਂ ਦੀ ਹੋਂਦ ਆ ਉਹ ਕਾਹਦੇ ਕਰਕੇ ਆ? ਗੁਰੂਤਾ ਸ਼ਕਤੀ ਕਰਕੇ ਆ। ਠੀਕ ਹੈ, these gaseous and dusty clouds have been moving around for million of years। ਠੀਕ ਹੈ, ਅਤੇ ਇਹ ਜਿਹੜੇ ਗੈਸੀ ਅਤੇ ਧੂੜ ਭਰੇ ਬੱਦਲ ਸੀਗੇ ਉਹ ਲੱਖਾਂ ਸਾਲਾਂ ਤੋਂ ਇਸੇ ਤਰ੍ਹਾਂ ਹੀ ਘੁੰਮਦੇ ਰਹੇ ਆ। ਠੀਕ ਹੈ, the sun due to its large size controlled their movement। ਹੁਣ ਸੂਰਜ ਕਿਉਂਕਿ ਇਹਦਾ ਸਾਈਜ਼ ਬਹੁਤ ਵੱਡਾ ਆ, ਠੀਕ ਹੈ, ਅਤੇ ਇਹ ਉਹਦੇ ਨਾਲ ਹੀ ਸਾਰਿਆਂ ਦੀ ਮੂਵਮੈਂਟ ਨੂੰ ਕੰਟਰੋਲ ਕਰਦਾ ਰਿਹਾ ਆ। this force is called force of gravitation। ਅਤੇ ਇਸੇ ਸ਼ਕਤੀ ਨੂੰ, ਸਨ ਦੀ ਇਸੇ ਸ਼ਕਤੀ ਨੂੰ ਹੀ ਕੀ ਕਿਹਾ ਜਾਂਦਾ ਆ? ਗੁਰੂਤਾ ਸ਼ਕਤੀ। ਠੀਕ ਹੈ, ਹੈਵ ਯੂ ਸੀਨ ਅ ਮੂਵਿੰਗ ਟੋਪ, ਸਿਮਿਲਰਲੀ ਦੇ ਮੂਵ ਟੂ ਦਾ ਸਪੇਸ। ਤੁਸੀਂ ਕਈ ਵਾਰੀ ਘੁੰਮਦਾ ਹੋਇਆ ਲਾਟੂ ਵੀ ਦੇਖਿਆ ਹੋਵੇਗਾ, ਹੈ ਨਾ, ਇਸੇ ਤਰ੍ਹਾਂ ਹੀ ਇਹ ਜਿਹੜੇ ਪਲੈਨਟਸ ਆ ਇਹ ਵੀ ਸਪੇਸ ਦੇ ਵਿੱਚ ਘੁੰਮਦੇ ਆ। ਐਵਰੀ ਪਲੈਨਟ ਹੈਜ਼ ਇਟਸ ਓਨ ਪਾਥ। ਅਤੇ ਜਿੰਨੇ ਵੀ ਪਲੈਨਟਸ ਆ, ਹਰੇਕ ਪਲੈਨਟ ਦਾ ਆਪਣਾ ਇੱਕ ਰਸਤਾ ਆ। ਠੀਕ ਹੈ, ਆਪਣਾ ਇੱਕ ਪਾਥ ਹੈਗਾ। ਦਿਸ ਪਾਥ ਇਜ਼ ਨੋਨ ਐਜ਼ ਪਲੈਨੇਟਰੀ ਪਾਥ। ਅਤੇ ਇਸ ਰਸਤੇ ਨੂੰ ਆਪਾਂ ਕੀ ਕਹਿ ਦਿੰਦੇ ਆ? ਪਲੈਨੇਟਰੀ ਪਾਥ। ਠੀਕ ਹੈ, ਗ੍ਰਹਿ ਪੰਧ ਜਾਂ ਗ੍ਰਹਿ ਰਸਤਾ। ਦੇ ਮੂਵ ਐਟ ਦੇਅਰ ਓਨ ਸਪੀਡ, ਦੈਟ ਇਜ਼ ਵਾਈ ਐਵਰੀ ਪਲੈਨਟ ਟੇਕਸ ਇਟਸ ਓਨ ਟਾਈਮ ਟੂ ਕੰਪਲੀਟ ਇਟਸ ਰੈਵੋਲਿਊਸ਼ਨ। ਹਾਂਜੀ, ਅਤੇ ਹੁਣ ਜਿੰਨੇ ਵੀ ਪਲੈਨਟਸ ਆ
इन्हां दी अपनी अपनी स्पीड आ, ठीक है, अपनी अपनी इन्हां दी गति आ जिहदे नाल ये मूव करदे आ। ते यही कारण आ कि इन्हां नूं रेवोल्यूशन दा मतलब हुंदा चक्कर पूरा करन दे लई, सूरज दे दुआले चक्कर पूरा करन दे लई हरेक प्लैनेट्स नूं अलग अलग टाइम जिहड़ा लगदा आ, ठीक है, उन्हां दी स्पीड दे अकॉर्डिंग अलग अलग तरीके दे नाल वो अपना चक्कर पूरा करदे आ। In the picture of solar system, you will see that each and every planet in the respective planetary path in the same direction, west to east, revolves around the sun। ਤੇ ਉੱਪਰ ਜਿਹੜੀ ਪਿਕਚਰ ਸੀ ਸੋਲਰ ਸਿਸਟਮ ਦੀ ਉਹ 'ਚ ਤੁਸੀਂ ਦੇਖੋਗੇ ਕਿ ਜਿਹੜੇ ਸਾਰੇ ਪਲੈਨਟਸ ਹੈਗੇ ਆ ਉਹ ਆਪਣੇ ਆਪਣੇ ਪਾਥ ਦੇ ਵਿੱਚੋਂ ਇੱਕੋ ਹੀ ਡਾਇਰੈਕਸ਼ਨ ਦੇ ਦੁਆਰਾ, ਜਿਹੜੀ ਡਾਇਰੈਕਸ਼ਨ ਕਿਹੜੀ ਆ, ਵੈਸਟ ਟੂ ਈਸਟ, ਪੱਛਮ ਤੋਂ ਪੂਰਬ, ठीक है, इस डायरैक्शन के थ्रू ही वो सन के दुआले रिवॉल्व करते, सन के दुआले घूमते आ। फॉर एग्जाम्पल अर्थ टेक्स 365 1.4 डेज टू कंप्लीट इट्स रेवोल्यूशन अराउंड द सन। तो फॉर एग्जाम्पल उदाहरण के लिए जी अर्थ आ उन्होंने कितना समा लगता है सन के दुआले चक्कर पूरा करने के लिए 365 से 1/4 दिनों का टाइम लगता, ठीक है। मरक्यूरी विच इज़ द नियरेस्ट प्लैनेट, इट कंप्लीट्स इट्स रेवोल्यूशन इन 88 डेज, ठीक है। तो जोड़ा प्लैनेट का नेम की है मरक्यूरी, ठीक है, सब तो नेड़े जोड़ा ये प्लैनेट आ सन दे, ते इनू अपना जोड़ा रेवोल्यूशन हैगी कंप्लीट करने के लिए, चक्कर कंप्लीट करने के लिए कितना टाइम लगता, 88 दिनों का टाइम लगता। प्लूटो इज़ द फारदेस्ट प्लैनेट दैट कंप्लीट्स इट्स साइकिल इन 248 ईयर्स, ठीक है। तो प्लूटो जोड़ा कि सब तो दूर हैगा या सन तो, ठीक है, तो इनू कितना टाइम लगता सी सन दे दुआले अपना रेवोल्यूशन कंप्लीट करने के लिए, 248 साल। इट इज़ ऑल्सो कंसिडर्ड बाय द साइंटिस्ट बट प्लूटो हैज़ डिसअपीयर्ड। तो हुण साइंटिस्ट के द्वारा ये कहा जाता है कि जिहड़ा प्लूटो आ वो हुण एग्जिस्ट नहीं करता, ये अलोप हो चुका है, ठीक है। प्रीवियसली अर्थ वॉज कंसिडर्ड टू बी द सेंटर ऑफ सोलर सिस्टम एंड अकॉर्डिंगली द सन रिवॉल्वड अराउंड द अर्थ। पुराने समय दे विच की समझिया जांदा सी कि जिहड़ी धरती आ वो सेंटर हैगा, ठीक है, धरती केंद्र आ साडे सोलर सिस्टम दा, ठीक है। तो ये अनुसार ये समझिया जांदा सी कि सूरज जिहड़ा आ वो धरती दे आले दुआले चक्कर लगाउंदा आ। द साइंटिस्ट्स लाइक कोपरनिकस एंड गैलीलियो हैव क्रिटिसाइज्ड दिस कॉन्सेप्ट। अकॉर्डिंग टू दैम सन इज़ द सेंटर ऑफ द सोलर सिस्टम and the earth along with other planets revolves around the sun। ਤੇ ਜਿਹੜੇ ਉਸ ਤੋਂ ਬਾਅਦ ਫਿਰ ਸਾਇੰਟਿਸਟ ਹੋਏ ਹੈ ਨਾ, ਜਿਨ੍ਹਾਂ ਚੋਂ ਹੈਗੇ ਆ ਕੋਪਰਨਿਕਸ ਤੇ ਗੈਲੀਲੀਓ, ਉਹਨਾਂ ਨੇ ਇਸ ਕਨਸੈਪਟ ਜਿਹੜੀ ਸੀ, ਇਹ ਧਾਰਨਾ ਸੀ, ਉਹਨੂੰ ਕ੍ਰਿਟਿਸਾਈਜ਼ ਕੀਤਾ, ਉਹਦੀ ਆਲੋਚਨਾ ਕੀਤੀ, ਤੇ ਉਹਨਾਂ ਦੇ ਅਨੁਸਾਰ ਧਰਤੀ ਸੈਂਟਰ ਨਹੀਂ ਹੈਗਾ, ਸਨ ਹੈਗਾ ਸੈਂਟਰ, ਠੀਕ ਹੈ। ਕੇਂਦਰ ਦੇ ਵਿੱਚ ਕੀ ਆ ਸੋਲਰ ਸਿਸਟਮ ਦੇ, ਸਨ, ठीक है। तो अर्थ जिहड़ी आ दूजे प्लैनेट्स के नाल सन दे इर्द गिर्द जिहड़े आ सन दे आले दुआले चक्कर लगाउंदी आ, ठीक है, ठीक है, ना कि सूरज धरती दे दुआले चक्कर लगाउंदा, बल्कि धरती सूरज दे दुआले दूजे प्लैनेट्स के नाल चक्कर लगाउंदी आ, ठीक है। सो अज आपां इन्ना कंप्लीट कर लिया तुहाडा चैप्टर। आई होप कि तुहानूं समझ आ गया होना, ठीक है। एक बारी अपने लैवल ते भी इहनूं तुसी रीड करके देखो, चैप्टर नूं ध्यान दे नाल समझण दी कोशिश करो, तो बहुत इंटरस्टिंग लैसन हैगा, ठीक है। तो उस तो बाद तुसी इहदे डिफिकल्ट वर्ड्स भी लिख लो, नोट डाउन कर लो, इहनूं रीड करो, तो आपां जिहड़ा चैप्टर रह गया उहनूं नैक्सट वीडियो दे विच कंप्लीट करांगे। पहलां तुसी ये फस्ट पार्ट अज कंप्लीट करो, ठीक है। तो मैनूं दसो, फीडबैक दिओ कि तुहानूं समझ आया, ठीक है, कितना समझ आया तुहानूं, ठीक है। ओके बेटा, all the very best, stay home, stay safe and keep learning. Thank you so much.